ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਲੋਕਾਂ ਵਿੱਚ ਇਹ ਖਿਆਲ ਆਮ ਪ੍ਰਚਲਿਤ ਹੈ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ਤੇ ਉਸਦੇ ਤਿੰਨ ਪੁੱਤਰ ਜੰਮ ਪਏ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਉਹਨਾਂ ਵਿੱਚੋਂ ਇੱਕ ਬ੍ਰਹਮਾ ਘਰ ਬਾਰੀ ਬਣ ਗਿਆ, ਭਾਵ ਜੀਵ ਜਨਤਾ ਨੂੰ ਪੈਦਾ ਕਰਨ ਵਾਲਾ ਬਣ ਗਿਆ। ਇੱਕ ਵਿਸ਼ਨੂੰ ਭੰਡਾਰੇ ਦਾ ਮਾਲਕ ਬਣ ਗਿਆ, ਜੀਵਾਂ ਨੂੰ ਰਿਜ਼ਕ ਅਪੜਾਉਣ ਵਾਲਾ ਬਣ ਗਿਆ। ਅਤੇ ਇੱਕ ਸ਼ਿਵ ਕਚਹਿਰੀ ਲਾਉਂਦਾ ਹੈ, ਭਾਵ ਜੀਵਾਂ ਨੂੰ ਸੰਘਾਰਦਾ ਹੈ, ਮਾਰਦਾ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਪਰ ਅਸਲ ਗੱਲ ਤਾਂ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਉਹ ਆਪ ਹੀ ਸੰਸਾਰ ਦੀ ਕਾਰ ਚਲਾ ਰਿਹਾ ਹੈ। ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਹੱਥ ਵਿੱਚ ਕੁਝ ਨਹੀਂ ਹੈ। ਸਿਰਫ ਅਕਾਲ ਪੁਰਖ ਹੀ ਸਾਰਾ ਕੁਝ ਕਰ ਰਿਹਾ ਹੈ, ਜਿਨ੍ਹਾਂ ਨੇ ਇਹਨਾਂ ਤਿੰਨਾਂ ਨੂੰ ਹੀ ਬਣਾਇਆ ਹੈ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਨ। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਵੇਖ ਰਿਹਾ ਹੈ, ਪਰ ਜੀਵ ਅਕਾਲ ਪੁਰਖ ਨੂੰ ਨਹੀਂ ਦੇਖ ਸਕਦੇ। ਆਦੇਸ ਤਿਸੈ ਆਦੇਸ। ਜੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ। ਆਦ ਅਨੀਲ ਅਨਾਦ ਅਨਾਹਿਤ, ਜੁਗ ਜੁਗ ਏਕੋ ਵੇਸ। ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ, ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਤ ਦੂਰ ਕਰਨ ਦਾ। ਆਸਣ ਲੋਏ ਲੋਏ ਭੰਡਾਰ। ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ, ਭਾਵ ਹਰੇਕ ਭਵਨ ਵਿੱਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ। ਆਸਣ ਉਹਦਾ ਸਥਾਨ, ਲੋਏ ਲੋਏ ਭੰਡਾਰ ਹਰ ਥਾਂ ਤੇ। ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਛ ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿੱਚ ਪਾਇਆ ਹੈ, ਇੱਕੋ ਵਾਰੀ ਪਾ ਦਿੱਤਾ ਹੈ, ਭਾਵ ਉਸ ਦੇ ਭੰਡਾਰੇ ਸਦਾ ਅਖੁੱਟ ਹਨ। ਕਰ ਕਰ ਵੇਖੈ ਸਿਰਜਣਹਾਰ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਕਰ ਰਿਹਾ ਹੈ। ਕਰ ਕਰ ਵੇਖੇ, ਕਰ ਕਰ ਬਣਾ ਕੇ ਵੇਖ ਰਿਹਾ ਹੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਹੇ ਨਾਨਕ, ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਲ ਵਾਲੀ ਇਹ ਕਾਰ ਸਦਾ ਅਟੱਲ ਹੈ। ਆਦੇਸ ਤਿਸੈ ਆਦੇਸ। ਸੋ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ। ਆਦ ਅਨੀਲ ਅਨਾਦ ਅਨਾਹਿਤ, ਜੁਗ ਜੁਗ ਏਕੋ ਵੇਸ। ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਸ ਰਹਿਤ ਹੈ, ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਇੱਕ ਦੋ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ। ਜੇ ਇੱਕ ਜੀਵ ਤੋਂ ਲੱਖ ਜੀਭਾਂ ਹੋ ਜਾਣ ਅਤੇ ਲੱਖਾਂ ਜੀਭਾਂ ਤੋਂ 20 ਲੱਖ ਬਣ ਜਾਣ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇਨ੍ਹਾਂ 20 ਲੱਖ ਜੀਭਾਂ ਨਾਲ ਜੇ ਅਕਾਲ ਪੁਰਖ ਦੇ ਇੱਕ ਨਾਮ ਨੂੰ ਇੱਕ ਇੱਕ ਲੱਖ ਵਾਰੀ ਆਖੀਏ ਤਾਂ ਵੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ। ਭਾਵ ਜੇ ਮਨੁੱਖ ਇਹ ਖਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠ ਹੀ ਹੋਵੇਗਾ, ਇਹ ਝੂਠਾ ਹੀ ਹੰਕਾਰ ਹੋਵੇਗਾ। ਏਤ ਰਾਹੇ ਪਤ ਪਵੜੀਆਂ ਚੜੀਐ ਹੋਏ 21। ਇਸ ਰਸਤੇ ਵਿੱਚ ਪਰਮਾਤਮਾ ਨਾਲੋਂ ਵਿੱਤ ਦੂਰ ਕਰਨ ਵਾਲੇ ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ, ਉਹਨਾਂ ਉੱਤੇ ਆਪਾ ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ।
ਲੱਖਾਂ ਜੀਵਾਂ ਨਾਲ ਵੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਆਪਾ ਭਾਵ ਦੂਰ ਕਰਨ ਤੋਂ ਬਿਨਾਂ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ ਮਾਨੋ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਇਹ ਰੀਸ ਆ ਗਈ ਹੋਵੇ ਕਿ ਅਸੀਂ ਵੀ ਆਕਾਸ਼ 'ਤੇ ਉੱਪਰ ਜਾ ਸਕਦੀਆਂ ਹਾਂ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਹੇ ਨਾਨਕ, ਜੇ ਅਕਾਲ ਪੁਰਖ ਦੀ ਮਿਹਰ ਨਜ਼ਰ ਹੋਵੇ ਤਾਂ ਹੀ ਉਸ ਨੂੰ ਮਿਲੀਦਾ ਹੈ, ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ ਕਿ ਮੈਂ ਸਿਮਰਨ ਕਰ ਰਿਹਾ ਹਾਂ। ਭਾਵ ਇਹ ਹੈ ਗਿਣਤੀ ਦੇ ਪਾਠ ਜਾਂ ਪਾਠ ਕਰਕੇ ਹੰਕਾਰ ਕਰਨਾ, ਵਿਖਾਉਣਾ ਮੈਂ ਇੰਨੇ ਪਾਠ ਕਰ ਲਏ ਹਨ, ਹੁਣ ਮੈਂ ਅਕਾਲ ਪੁਰਖ ਨੂੰ ਮਿਲ ਸਕਾਂਗਾ, ਹੁਣ ਮੈਂ ਆਪਣਾ ਜ਼ੋਰ ਲਾ ਲਿਆ ਹੈ। ਪਰ ਇਹਦੇ 'ਤੇ ਕੁਛ ਨਹੀਂ ਬਣਦਾ। ਜਦੋਂ ਤੱਕ ਮਹਾਰਾਜ ਆਪ ਕਿਰਪਾ ਨਹੀਂ ਕਰਦੇ ਉਦੋਂ ਤੱਕ ਇਹ ਆਪਣਾ ਜ਼ੋਰ ਲਾਇਆ ਬੰਦੇ ਦਾ ਕੁਛ ਨਹੀਂ ਹੁੰਦਾ। ਹਾਂ, ਗਿਣਤੀ ਦੇ ਪਾਠ ਕਰੋ, ਨੇਮ ਬਣਾ ਕੇ ਆਪਣੀ ਕੋਸ਼ਿਸ਼ ਕਰੋ, ਪਰ ਇਹ ਕੋਸ਼ਿਸ਼ ਕਰਕੇ ਹੰਕਾਰ ਕਰਨਾ ਕਿ ਹੁਣ ਮੈਂ ਪਰਮੇਸ਼ਰ ਨੂੰ ਪਾ ਹੀ ਲਵਾਂਗਾ, ਇਹ ਸਿਰਫ ਕੂੜੀਆਂ ਹੀ ਗੱਲਾਂ ਹਨ। ਆਖਣ ਜੋਰ ਚੁੱਪੈ ਨਹਿ ਜੋਰ। ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਸਾਡਾ ਕੋਈ ਆਪਣਾ ਅਖਤਿਆਰ ਨਹੀਂ ਹੈ। ਆਖਣ ਜੋਰ, ਨਾ ਹੀ ਜ਼ੋਰ ਹੈ ਕੁਝ ਆਖਣ ਦੇ ਵਿੱਚ ਤੇ ਨਾ ਚੁੱਪ ਰਹਿਣ ਦੇ ਵਿੱਚ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿੱਚ, ਕਿਉਂਕਿ ਜੋ ਅਸੀਂ ਮੰਗਦੇ ਹਾਂ ਕਈ ਵਾਰ ਨਹੀਂ ਵੀ ਮਿਲਦਾ ਤੇ ਸਾਡੀ ਮਰਜ਼ੀ ਕੁਛ ਨਹੀਂ ਚੱਲ ਸਕਦੀ, ਨਾ ਮੰਗਣ ਦੇ ਵਿੱਚ ਨਾ ਦੇਣ ਦੇ ਵਿੱਚ। ਜ਼ੋਰ ਨਾ ਜੀਵਨ, ਮਰਨ ਨਹਿ ਜ਼ੋਰ। ਜੀਵਨ ਵਿੱਚ ਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਦਿੰਦੀ। ਇਹਦੇ ਵਿੱਚ ਮਹਾਰਾਜ ਹੰਕਾਰ ਤੋੜ ਰਹੇ ਨੇ। ਪੌੜੀ ਦੇ ਵਿੱਚ ਵੀ ਆਪਾਂ ਕੁਛ ਨਹੀਂ ਕਰ ਸਕਦੇ ਆਪਣੀ ਮਰਜ਼ੀ ਦੇ ਨਾਲ। ਜ਼ੋਰ ਨਾ ਰਾਜ ਮਾਲ ਮਨ ਸੂਰ। ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਫੂੰ ਫਾਂ ਬਣੀ ਰਹਿੰਦੀ ਹੈ। ਜ਼ੋਰ ਨਾ ਰਾਜ ਮਾਲ ਮਨ ਸੂਰ। ਮਨ ਦੇ ਵਿੱਚ ਬੜਾ ਸ਼ੋਰ ਸ਼ਰਾਬਾ ਰਹਿੰਦਾ ਵੀ ਅਸੀਂ ਇੰਨੇ ਮਾਲਕ ਹਾਂ, ਇੰਨਾ ਜ਼ਮੀਨਾਂ ਦੇ ਮਾਲਕ ਹਾਂ। ਇਹਦੇ ਵਿੱਚ ਕੋਈ ਜ਼ੋਰ ਨਹੀਂ ਚੱਲਦਾ। ਇੱਕ ਪਲ ਦੇ ਵਿੱਚ ਪਰਮਾਤਮਾ ਲੈ ਲੈਂਦਾ, ਇੱਕ ਪਲ ਦੇ ਵਿੱਚ ਹੀ ਕਿਸੇ ਨੂੰ ਬਖਸ਼ ਦਿੰਦਾ। ਆਪਣਾ ਜ਼ੋਰ ਕੋਈ ਨਹੀਂ ਚੱਲਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਆਤਮਿਕ ਜਾਗ ਵਿੱਚ ਵੀ, ਗਿਆਨ ਵਿੱਚ ਅਤੇ ਵਿਚਾਰ ਵਿੱਚ ਰਹਿਣ ਦੀ ਵੀ ਸਾਡੀ ਸਮਰੱਥਾ ਨਹੀਂ ਹੈ। ਭਾਵ ਪਹਿਲਾਂ ਦੱਸ ਦਿੱਤਾ ਕਿ ਜਿਹੜੇ ਲੋਕ ਫੂੰ ਫਾਂ ਰੱਖਦੇ ਹਨ ਆਪਣੀਆਂ ਮਹਿਲ ਮਾੜੀਆਂ 'ਤੇ, ਉਹ ਵੀ ਇੱਕ ਪਲ ਦੇ ਵਿੱਚ ਪਰਮਾਤਮਾ ਲੈ ਲੈਂਦਾ ਅਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਹੁਣ ਜਿਹੜੇ ਗਿਆਨ ਕਰਦੇ ਆ, ਵਿਚਾਰਾਂ ਕਰਦੇ ਆ, ਭਾਵੇਂ ਆਪਣੇ ਆਪ ਨੂੰ ਸਮਝਣ ਲੱਗ ਪੈਣ ਕਿ ਅਸੀਂ ਬੜੇ ਵੱਡੇ ਗਿਆਨੀ ਆ ਜਾਂ ਕਿੱਦਾਂ, ਮਹਾਰਾਜ ਨੇ ਉਹ ਵੀ ਬਿਆਨ ਕਰ ਦਿੱਤਾ ਵੀ ਉਹਨਾਂ ਦੇ ਵੀ ਪੱਲੇ ਕੁਛ ਨਹੀਂ ਆ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਆਪਣਾ ਜ਼ੋਰ ਕਿਸੇ ਦਾ ਕੁਛ ਨਹੀਂ ਚੱਲ ਸਕਦਾ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਉਸ ਜੁਗਤੀ ਵਿੱਚ ਰਹਿਣ ਲਈ ਵੀ ਸਾਡਾ ਅਖਤਿਆਰ ਨਹੀਂ ਹੈ, ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ। ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਉਹੀ ਅਕਾਲ ਪੁਰਖ ਰਚਨਾ ਰਚ ਕੇ ਉਸ ਦੀ ਹੀ ਸੰਭਾਲ ਕਰਦਾ ਹੈ ਜਿਸ ਦੇ ਹੱਥ ਵਿੱਚ ਸਮਰੱਥਾ ਹੈ। ਹੁਣ ਮਹਾਰਾਜ ਨੇ ਇੱਥੇ ਦੱਸ ਦਿੱਤਾ, ਜਿਸ ਹੱਥ ਜ਼ੋਰ, ਜਿਹਦੇ ਹੱਥ 'ਚ ਜ਼ੋਰ ਆ ਉਹੀ ਸਾਰਾ ਕੁਛ ਕਰ ਰਿਹਾ। ਸਾਡੇ ਪੱਲੇ ਕੀ ਹੈ ਗਰੀਬਾਂ ਦੇ? ਆਪਾਂ ਬਸ ਉਹਦਾ ਨਾਮ ਸਿਮਰ ਸਕਦੇ ਹਾਂ, ਯਾਦ ਕਰ ਸਕਦੇ ਹਾਂ, ਕਰ ਸਾਰਾ ਕੁਝ ਉਹੀ ਰਿਹਾ ਹੈ। ਨਾਨਕ ਉੱਤਮ ਨੀਚ ਨਾ ਕੋਏ। ਹੇ ਨਾਨਕ, ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਹੈ ਤੇ ਨਾ ਹੀ ਕੋਈ ਨੀਚ ਹੈ। ਭਾਵ ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਉਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤ ਨਾਲ ਇਹ ਨਿਸ਼ਚਾ ਬਣ ਜਾਏ ਤਾਂ ਹੀ ਪਰਮਾਤਮਾ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ। ਨਾਨਕ ਉੱਤਮ ਨੀਚ ਨਾ ਕੋਈ। ਨਾ ਹੀ ਕੋਈ ਉੱਤਮ ਆ ਤੇ ਨਾ ਹੀ ਕੋਈ ਨੀਚ ਆ। ਸਾਰੇ ਉਹਦੇ ਹੁਕਮ 'ਚ ਹੀ ਬਣ ਰਹੇ ਆ। ਕੋਈ ਚੰਗਾ ਬਣ ਰਿਹਾ, ਕੋਈ ਭੈੜਾ ਬਣ ਰਿਹਾ। ਰਾਤੀ ਰੁੱਤੀ ਥਿੱਤੀ ਵਾਰ। ਰਾਤਾਂ, ਰੁੱਤਾਂ, ਥਿੱਤਾਂ ਅਤੇ ਵਾਰ। ਥਿੱਤਾਂ ਹੁੰਦੀ ਤਰੀਕ ਅਤੇ ਵਾਰ। ਪਵਨ, ਪਾਣੀ, ਅਗਨੀ, ਪਾਤਾਲ। ਹਵਾ, ਪਾਣੀ, ਅੱਗ ਅਤੇ ਪਤਾਲ, ਇਹਨਾਂ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ
ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਤੀ ਨੂੰ ਧਰਮ ਕਮਾਉਣ ਦਾ ਆਸਾਨ ਬਣਾ ਕੇ ਟਿਕਾ ਦਿੱਤਾ। ਕਿਹਦੇ ਵਿੱਚ ਕੀ ਬਣਾਇਆ? ਰਾਤੀ ਰੁੱਤੀ ਥਿੱਤੀ ਵਾਰ। ਰਾਤਾਂ ਰੁੱਤਾਂ ਤਰੀਕਾਂ ਵਾਰ, ਹਵਾ ਪਾਣੀ ਅੱਗ ਪਤਾਲ, ਇਹਨਾਂ ਸਾਰਿਆਂ ਦੇ ਵਿੱਚ ਧਰਤੀ ਥਾਪ ਦਿੱਤੀ। ਉਹਦੇ ਵਿੱਚ ਅੱਗੇ ਕੀ ਕਰ ਦਿੱਤਾ? ਤਿਸ ਵਿੱਚ ਜੀ ਜੁਗਤ ਕੇ ਰੰਗ। ਤਿਸ ਵਿੱਚ ਜੀ ਜੁਗਤ ਕੇ ਰੰਗ। ਇਸ ਧਰਤੀ ਉੱਤੇ ਕਈ ਜੁਗਤੀਆਂ ਤੇ ਰੰਗਾਂ ਦੇ ਜੀਵ ਵਸਾ ਦਿੱਤੇ। ਤਿੰਨ ਕੇ ਨਾਮ ਅਨੇਕ ਅਨੰਤ, ਜਿਨ੍ਹਾਂ ਦੇ ਅਨੇਕਾਂ ਤੇ ਅਣਗਿਣਤ ਹੀ ਨਾਮ ਹਨ। ਕਰਮੀ ਕਰਮੀ ਹੋਏ ਵਿਚਾਰ। ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਦਰ ਤੇ ਨਿਬੇੜਾ ਹੁੰਦਾ ਹੈ। ਸੱਚਾ ਆਪ ਸੱਚਾ ਦਰਬਾਰ, ਜਿਸ ਵਿੱਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ ਅਕਾਲ ਪੁਰਖ ਆਪ ਸੱਚਾ ਹੈ, ਉਸ ਦਾ ਦਰਬਾਰ ਵੀ ਸੱਚਾ ਹੈ। ਤਿੱਥੈ ਸੋਹਣ ਪੰਚ ਪਰਵਾਨ, ਉਸ ਦਰਬਾਰ ਵਿੱਚ ਸੰਤ ਜਨ ਪ੍ਰਤੱਖ ਤੌਰ 'ਤੇ ਸੋਭਦੇ ਹਨ। ਇੱਥੇ ਮਹਾਰਾਜ ਨੇ ਕਿਰਪਾ ਕਰਕੇ ਸਮਝਾਇਆ ਪੰਚ ਪਰਵਾਨ, ਜਿਹੜੇ ਪਿੱਛੇ ਪੌੜੀ 'ਚ ਦੱਸ ਦਿੱਤੇ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ, ਉਹ ਇੱਥੇ ਜ਼ਿਕਰ ਕਰ ਰਹੇ ਹਨ। ਜਿਨ੍ਹਾਂ ਨੇ ਸੁਣਿਆ ਵਾਲੀਆਂ ਪੌੜੀਆਂ, ਫਿਰ ਮੰਨਿਆ, ਫਿਰ ਸੁਣ ਕੇ ਮੰਨ ਲਿਆ, ਫਿਰ ਉਹ ਪ੍ਰਧਾਨ ਹੋ ਗਏ, ਪੰਜ ਪ੍ਰਵਾਨ ਹੋ ਗਏ। ਹੁਣ ਇੱਥੇ ਦੱਸ ਰਹੇ ਜਿਹੜੇ ਪ੍ਰਵਾਨ ਹੋ ਗਏ, ਸੁਣ ਕੇ ਮੰਨ ਕੇ ਜਪ ਕੇ ਜਿਹੜੇ ਪ੍ਰਵਾਨ ਹੋ ਗਏ, ਉਹਨਾਂ ਨੂੰ ਉਹਦੇ ਦਰਬਾਰ ਵਿੱਚ ਸ਼ੋਭਾ ਮਿਲਦੀ ਹੈ। ਤਿੱਥੈ ਸੋਹਣ ਪੰਚ ਪਰਵਾਨ। ਨਦਰੀ ਕਰਮ ਪਵੈ ਨੀਸਾਨ, ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉੱਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ। ਕੱਚ ਪਕਾਈ ਉਥੈ ਪਾਏ, ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਖਵਾਉਣਾ ਕਿਸੇ ਅਰਥ ਨਹੀਂ। ਇਹਨਾਂ ਦੀ ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਮਾਲੂਮ ਹੁੰਦੀ ਹੈ। ਇੱਥੇ ਤੇ ਸਾਰੇ ਬਣੇ ਫਿਰਦੇ ਵੀ ਅਸੀਂ ਬੜੇ ਉੱਚੇ ਸਿੱਖਿਆ, ਅਸੀਂ ਹੁਣ ਦਮਾਲੇ ਬੰਨ੍ਹ ਲਏ ਅਤੇ ਸਾਡੇ ਨਾਲ ਦੀ ਰੀਸ ਹੀ ਕੋਈ ਨਹੀਂ। ਇਹ ਕੱਚੇ ਪੱਕਿਆਂ ਦਾ ਜਿਹੜਾ ਪਤਾ ਆ, ਇਹ ਮਹਾਰਾਜ ਦੀ ਹਜ਼ੂਰੀ 'ਚ ਚੱਲਦਾ ਜਾ ਕੇ। ਨਾਨਕ ਗਿਆ ਜਾਪੈ ਜਾਏ, ਹੇ ਨਾਨਕ, ਅਕਾਲ ਪੁਰਖ ਦੇ ਦਰ 'ਤੇ ਗਿਆ ਹੀ ਸਮਝ ਆਉਂਦੀ ਹੈ ਕਿ ਅਸਲ ਵਿੱਚ ਕੌਣ ਪੱਕਾ ਹੈ ਅਤੇ ਕੌਣ ਕੱਚਾ ਹੈ। ਇਹ ਮਹਾਰਾਜ ਨੇ ਹੀ ਦੱਸਣਾ ਕਿਹੜਾ ਰਹਿ ਗਿਆ ਪੱਕਾ ਅਤੇ ਕਿਹੜਾ ਕੱਚਾ। ਧਰਮ ਖੰਡ ਕਾ ਇਹੋ ਧਰਮ, ਧਰਮ ਖੰਡ ਦਾ ਨਿਰਾ ਹੀ ਇੱਕੋ ਕਰਤੱਵ ਹੈ ਜੋ ਉੱਪਰ ਦੱਸਿਆ ਹੈ। ਉੱਪਰ ਵਾਲੀ ਦਸ਼ਾ ਜੋ ਦੱਸੀ ਮਹਾਰਾਜ ਨੇ, ਉਹ ਧਰਮ ਖੰਡ ਦੀ ਦੱਸਿਆ ਹੈ ਵੀ ਧਰਮ ਖੰਡ ਦੇ ਵਿੱਚ ਕੀ ਕੀ ਹੁੰਦਾ ਹੈ। ਗਿਆਨ ਖੰਡ ਕਾ ਆਖੋ ਕਰਮ, ਹੁਣ ਅੱਗੇ ਗਿਆਨ ਖੰਡ ਬਾਰੇ ਦੱਸ ਰਹੇ ਹਨ ਮਹਾਰਾਜ ਅੱਗੇ ਅਗਲੀਆਂ ਪੰਕਤੀਆਂ ਦੇ ਵਿੱਚ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪੌਣ ਪਾਣੀ ਤੇ ਅਗੜੀਆਂ ਹਨ। ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕੇਤੇ ਬਰਮੇ ਘਾੜਤ ਘੜੀਏ ਹੈ, ਰੂਪ ਰੰਗ ਕੇ ਵੇਸ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ ਕਈ ਰੰਗ ਤੇ ਕਈ ਵੇਸ ਹਨ। ਇੱਥੇ ਮਹਾਰਾਜ ਨੇ ਬਾਰ-ਬਾਰ ਦੱਸਿਆ ਬ੍ਰਹਮਾ ਸ਼ਿਵ ਜੀ, ਇਹਨਾਂ ਦੇ ਨਾਮ ਲੈ ਕੇ ਵੀ ਸਿੱਖ ਨੇ ਇਹਨਾਂ ਦੇ ਪੁਜਾਰੀ ਨਹੀਂ ਬਣਨਾ, ਸਿੱਖ ਨੇ ਪੁਜਾਰੀ ਬਣਨਾ ਉਹਨਾਂ ਦੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਸਾਰਿਆਂ ਨੂੰ। ਇਹਨਾਂ ਦੀਆਂ ਵਿਚਾਰਾਂ ਦੱਸ ਕੇ ਸਮਝਾਇਆ ਵੀ ਸਿੱਖ ਨੇ ਕਿਹਦਾ ਪੁਜਾਰੀ ਬਣਨਾ, ਇੱਕ ਅਕਾਲ ਪੁਰਖ ਦਾ ਪੁਜਾਰੀ ਬਣਨਾ ਜਿਹਦੇ ਹੁਕਮ 'ਚ ਸਾਰੇ ਚੱਲ ਰਹੇ ਹਨ, ਸਾਰੇ ਆਪੋ ਆਪਣੀ ਕਾਰ ਕਰ ਰਹੇ ਹਨ। ਜਿਵੇਂ ਮੰਨਿਆ ਜਾਂਦਾ ਆ ਹਿੰਦੂ ਧਰਮ ਦੇ ਵਿੱਚ ਵੀ ਸ਼ਿਵ ਜੀ ਜਿਹੜੇ ਆ ਉਹ ਲਾਇਤਾ ਕਰਦੇ ਆ, ਬ੍ਰਹਮਾ ਜੀ ਜਿਹੜੇ ਆ ਉਹ ਉਤਪਤੀ ਕਰਦੇ ਆ, ਵਿਸ਼ਨੂੰ ਜੀ ਪਾਲਣਾ ਕਰਦੇ ਹਨ। ਉਹ ਉਹਨਾਂ ਦੇ ਤਰੀਕੇ ਦੇ ਨਾਲ ਸਮਝਾਇਆ ਗਿਆ ਆ ਵੀ ਉਹ ਕਰਦੇ ਜਿਹੜੇ ਉਹਨਾਂ ਦੇ ਇਤਿਹਾਸ ਦੇ ਅਕੋਰਡਿੰਗ ਜਿਵੇਂ ਦੱਸਦੇ ਆ ਉਹ ਕਰਦੇ ਆ, ਉਹਨਾਂ ਦੀ ਹਿਸਾਬ ਦੇ ਨਾਲ ਦੱਸਦੇ ਕਰਦੇ ਆ। ਪਰ ਅਕਾਲ ਪੁਰਖ ਨੂੰ ਸਿੱਖਾਂ ਨੇ ਮੰਨਣਾ। ਸਿੱਖ ਵਾਸਤੇ ਸਾਰਾ ਕੁਝ ਹੀ ਗੁਰ ਈਸ਼ਰ, ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ,
ਸਿੱਖਾਂ ਵਾਸਤੇ ਸਾਰਾ ਕੁਝ ਗੁਰੂ ਅਕਾਲ ਪੁਰਖ ਇੱਕੋ ਇੱਕ ਹੀ ਆ। ਸਾਰਾ ਕੁਝ ਸਿੱਖਾਂ ਵਾਸਤੇ ਕੋਈ ਦੇਵੀ ਦੇਵਤਾ ਪੂਜਣਾ ਇਹ ਸਾਰਾ ਕੁਝ ਮਨਮਤ ਹੈ। ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ ਹਨ, ਬੇਅੰਤ ਧਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਬੇਅੰਤ ਇੰਦਰ ਦੇਵਤੇ, ਚੰਦਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ ਚੱਕਰ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਬੇਅੰਤ ਸਿੱਧ ਹਨ, ਬੇਅੰਤ ਬੁੱਧ ਅਵਤਾਰ ਹਨ, ਬੇਅੰਤ ਨਾਥ ਹਨ ਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ। ਕੇਤੇ ਦੇਵ ਦਾਨਵ ਮੁੰਨ ਕੇਤੇ, ਕੇਤੇ ਰਤਨ ਸਮੁੰਦ। ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪ੍ਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰੰਦ। ਜੀਵ ਰਚਨਾ ਦੀਆਂ ਬੇਅੰਤ ਹੀ ਖਾਣੀਆਂ ਹਨ। ਜੀਵਾਂ ਦੀਆਂ ਬੋਲੀਆਂ ਵੀ ਚਾਰ ਨਹੀਂ, ਬੇਅੰਤ ਬਾਣੀਆਂ ਬੋਲੀਆਂ ਹਨ। ਬੇਅੰਤ ਪਾਤਸ਼ਾਹ ਤੇ ਰਾਜੇ ਹਨ। ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਬੇਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਮਨ ਦੁਆਰਾ ਲਾਉਂਦੇ ਹਨ। ਬੇਅੰਤ ਸੇਵਕ ਹਨ ਅਤੇ ਨਾਨਕ ਕੋਈ ਅੰਤ ਨਹੀਂ ਪਾ ਸਕੇਗਾ ਇਹਨਾਂ ਚੀਜ਼ਾਂ ਦਾ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਗਿਆਨ ਖੰਡ ਵਿੱਚ ਭਾਵ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ। ਤਿੱਥੈ ਨਾਦ ਬਨੋਦ ਕੋਡ ਆਨੰਦ। ਇਸ ਅਵਸਥਾ ਵਿੱਚ ਮਨ ਨੂੰ ਸਭ ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦਾ ਸਵਾਦ ਆ ਜਾਂਦਾ ਹੈ। ਸਰਮਖੰਡ ਕੀ ਬਾਣੀ ਰੂਪ। ਉਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ, ਭਾਵ ਇਸ ਅਵਸਥਾ ਵਿੱਚ ਆ ਕੇ ਮਨ ਦਿਨੋਂ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਇਸ ਅਵਸਥਾ ਵਿੱਚ ਨਵੀਂ ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ। ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ, ਕਿਉਂਕਿ ਉਹ ਬਿਆਨ ਕਰਨ ਦੇ ਅਸਮਰੱਥ ਰਹਿੰਦਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਨ ਘੜੀ ਜਾਂਦੀ ਹੈ, ਭਾਵ ਸੁਰਤ ਅਤੇ ਮਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰਤੀ ਪੈਦਾ ਹੋ ਜਾਂਦੀ ਹੈ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਸਰਮਖੰਡ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ ਅਕਾਲ ਪੁਰਖ ਦੀ ਕਿਰਪਾ ਦੇ ਨਾਲ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।